ਅੱਜ ਆਪਾਂ ਬੇਟਾ ਟੈਂਸ ਬਾਰੇ ਪੜਾਂਗੇ। ਟੈਂਸ ਟੈਂਸ ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ ਟੈਂਪਸ ਤੋਂ ਲਿਆ ਗਿਆ ਹੈ, ਜਿਸ ਦਾ ਮੀਨਿੰਗ ਟਾਈਮ ਟਾਈਮ ਜਿਸ ਨੂੰ ਆਪਾਂ ਕੀ ਕਹਿੰਦੇ ਨੇ ਬੇਟਾ ਕਾਲ, ਪੰਜਾਬੀ ਦੇ ਵਿੱਚ ਕਾਲ ਕਹਿ ਦਿੰਦੇ ਆ। ਟਾਈਮ ਤਿੰਨ ਤਰ੍ਹਾਂ ਦਾ ਹੁੰਦਾ ਹੈ। ਇੱਕ ਜੋ ਚੱਲ ਰਿਹਾ ਹੈ ਪ੍ਰੈਜ਼ੈਂਟ, ਇੱਕ ਜੋ ਬੀਤ ਗਿਆ ਪਾਸਟ, ਇੱਕ ਅੱਗੇ ਆਉਣ ਵਾਲਾ ਹੈ ਉਹ ਕੀ ਹੈ ਫਿਊਚਰ। ਇਹਦੇ ਵੀ ਅੱਗੇ ਗਾ ਚਾਰ ਭਾਗ ਹੁੰਦੇ ਬੇਟਾ। ਇਨਡੈਫੀਨਿਟ, continuous, continuous, perfect, perfect continuous। perfect continuous, present indefinite tense, present continuous tense, present perfect tense, present perfect continuous tense। इसी तरह ही past indefinite tense, past continuous tense, past perfect tense, past perfect continuous tense। उसी तरह बेटा है future indefinite tense, future continuous tense, future perfect tense, future perfect continuous tense। ਇਹ 12 ਭਾਗ ਹੋ ਜਾਂਦੇ ਬੇਟਾ। ਇਹਨਾਂ ਨੂੰ ਤੁਸੀਂ ਧਿਆਨ ਨਾਲ ਸਮਝਣਾ ਹੈ। ਕਾਪੀ ਪੈਨ ਲੈ ਕੇ ਇੱਕ ਇੱਕ ਚੀਜ਼ ਨੋਟ ਕਰ ਲਓ। ਜਿੰਨਾ ਚਿਰ ਤੁਸੀਂ ਨੋਟ ਨਹੀਂ ਕਰਦੇ ਨਾ ਤੁਹਾਡੇ ਯਾਦ ਨਹੀਂ ਹੋਣਾ ਬੇਟਾ। ਧਿਆਨ ਨਾਲ ਇੱਕ ਇੱਕ ਚੀਜ਼ ਨੂੰ ਨੋਟ ਕਰੋ। ਤੁਹਾਨੂੰ ਹੁਣ ਲੱਗਦਾ ਵੀ ਆ ਤਾਂ ਆਉਂਦੇ ਹੈ ਪਰ ਭੁੱਲ ਜਾਓਗੇ, ਲਿਖ ਲਓਗੇ ਸਾਰੀ ਉਮਰ ਯਾਦ ਰਹਿਣਗੇ। ਇਹ ਹੋ ਗਏ ਪ੍ਰੈਜ਼ੈਂਟ ਇਨਡੈਫੀਨਿਟ, ਫਿਊਚਰ ਇਨਡੈਫੀਨਿਟ, ਪਾਸਟ ਇਨਡੈਫੀਨਿਟ। ਇਸੇ ਤਰ੍ਹਾਂ ਇਹ ਸਾਰੇ ਆ ਗਏ। ਹੁਣ ਆਪਾਂ ਇੱਕ ਇੱਕ ਨੂੰ ਚੰਗੀ ਤਰ੍ਹਾਂ ਵਿਸਥਾਰ ਨਾਲ ਉਹਦੇ ਨਿਯਮ ਦੱਸ ਕੇ ਫਿਰ ਆਪਾਂ ਕਰਾਂਗੇ। ਹੁਣ ਧਿਆਨ ਨਾਲ ਸੁਣੋ ਬੇਟਾ। ਇਹ ਸਾਡਾ ਪ੍ਰੈਜ਼ੈਂਟ ਇਨਡੈਫੀਨਿਟ ਟੈਂਸ ਹੈ। ਨੰਬਰ 1 ਦਾ ਹੈ, ਦੀ ਹੈ, ਦੇ ਹਨ। ਦਾ ਹੈ, ਦੀ ਹੈ, ਦੇ ਹਨ ਪੰਜਾਬੀ ਦੇ ਵਾਕ ਦੇ ਅੰਤ ਵਿੱਚ ਆਉਂਦਾ ਹੈ। ਉਸ ਤੋਂ ਬਾਅਦ ਫਸਟ ਪਰਸਨ ਆਈ ਅਤੇ ਸੈਕੰਡ ਪਰਸਨ ਯੂ। ਆਈ ਯੂ ਅਤੇ ਪਲੂਰਲ ਵਾਕ ਬਹੁਵਚਨ ਵਾਕ ਦੇ ਨਾਲ ਇੱਥੇ ਕਿਹੜਾ ਸਬਜੈਕਟ ਦੇ ਨਾਲ, ਸਬਜੈਕਟ ਦੇ ਨਾਲ ਵਰਬ ਦੀ ਫਸਟ ਫਾਰਮ ਲੱਗੇਗੀ। ਹੀ ਸ਼ੀ ਇਟ ਜਾਂ ਕਿਸੇ ਦਾ ਨਾਮ ਹੋਵੇ ਅਤੇ ਸਿੰਗੂਲਰ ਸਬਜੈਕਟ ਹੋਵੇ। ਹੀ ਸ਼ੀ ਇਟ ਜਾਂ ਕਿਸੇ ਦਾ ਨਾਮ ਅਤੇ ਸਿੰਗੂਲਰ ਸਬਜੈਕਟ ਹੋਵੇ ਤਾਂ ਵਰਬ ਦੀ ਫਸਟ ਫਾਰਮ ਦੇ ਨਾਲ ਐਸ ਜਾਂ ਈਐਸ ਲੱਗਦਾ ਹੈ। ਇਸੇ ਤਰ੍ਹਾਂ ਹੀ ਨੈਗੇਟਿਵ ਨਾਵਾਚਕ ਵਾਕ ਵਿੱਚ ਡੂ ਨਾਟ ਜਾਂ ਡਜ਼ ਨਾਟ ਲੱਗਦਾ ਹੈ। ਕਿਸ ਤਰ੍ਹਾਂ ਬਣ ਜਾਂਦਾ ਬੇਟਾ ਸਬਜੈਕਟ, ਫਿਰ ਡੂ ਜਾਂ ਡਜ਼ ਨਾਟ, ਫਿਰ ਵਰਬ ਦੀ ਫਸਟ ਫਾਰਮ, ਉਸ ਤੋਂ ਬਾਅਦ ਆਬਜੈਕਟ। ਇੰਟਰੋਗੇਟਿਵ ਵਾਕ ਦੇ ਵਿੱਚ ਡੂ ਡਜ਼ ਸਬਜੈਕਟ ਤੋਂ ਪਹਿਲਾਂ ਲੱਗਦਾ ਹੈ। इंटरोगेटिव वाक्य में टू डज, फिर सब्जेक्ट, फिर वर्ब की फर्स्ट फॉर्म, फिर ऑब्जेक्ट आया। ऐसी तरह ही इंटरोगेटिव नैगेटिव प्रश्नवाचक नावाचक होवे तो डू डज सब्जेक्ट तो पहला, फिर सब्जेक्ट, फिर नॉट सब्जेक्ट तो बाद, फिर वर्ब की फर्स्ट फॉर्म अते उस तो बाद ऑब्जेक्ट। ये नियम सी बेटा। इन्हां नियम तुसीं फॉलो करोगे तो प्रेजेंट इनडेफिनिट टेंस तुसीं कदे भी गलत नहीं करोगे। प्रेजेंट कंटीन्यूअस टेंस ਇਹਦੇ ਵਿੱਚ ਕੀ ਹੁੰਦਾ ਹੈ ਪੰਜਾਬੀ ਦੇ ਵਾਕ ਦੇ ਅੰਤ ਵਿੱਚ ਰਿਹਾ ਹੈ, ਰਹੀ ਹੈ, ਰਹੇ ਹਨ।
ਇਹ ਹੁੰਦਾ ਵੀ ਕੰਮ ਚੱਲ ਰਿਹਾ ਹੈ, ਕੋਈ ਵੀ ਚੀਜ਼ ਜਾਰੀ ਹੈ, ਕੰਟੀਨਿਊ ਹੈ। ਉਸ ਤੋਂ ਬਾਅਦ ਇਜ਼ ਐਮ ਆਰ ਵਰਬ ਦੀ ਪਹਿਲੀ ਫਾਰਮ ਨਾਲ ਆਈ ਐਨ ਜੀ ਇੰਗ ਲੱਗਦਾ ਹੈ। ਇਜ਼ ਐਮ ਆਰ ਲੱਗਦਾ ਹੈ, ਵਰਬ ਦੀ ਪਹਿਲੀ ਫਾਰਮ ਨਾਲ ਆਈ ਐਨ ਜੀ ਇੰਗ ਲੱਗਦਾ ਹੈ। ਇਹ ਕਿਸ ਤਰ੍ਹਾਂ ਬਣ ਜਾਂਦਾ ਬੇਟਾ? ਫਿਰ ਸਬਜੈਕਟ ਆਪਣਾ ਸੈਂਟੈਂਸ ਸਬਜੈਕਟ ਪਹਿਲਾਂ ਹੁੰਦਾ ਹੈ, ਫਿਰ ਇਜ਼ ਐਮ ਆਰ ਹੁੰਦਾ ਹੈ, ਫਿਰ ਵਰਬ ਦੀ ਪਹਿਲੀ ਫਾਰਮ ਨਾਲ ਆਈ ਐਨ ਜੀ, ਉਸ ਤੋਂ ਬਾਅਦ ਆਬਜੈਕਟ। ਇਸੇ ਤਰ੍ਹਾਂ ਹੀ ਨੈਗੇਟਿਵ ਵਾਕ ਵਿੱਚ ਇਜ਼ ਐਮ ਆਰ ਨਾਟ, ਇਜ਼ ਨਾਟ, ਐਮ ਨਾਟ ਔਰ ਨਾਟ ਲੱਗਦਾ ਹੈ। हाँ बेटा इज एम आर की है, इज ਤੇ ਐਮ ਇੱਕ ਵਚਨ ਸਿੰਗੂਲਰ ਸਬਜੈਕਟ ਦੇ ਨਾਲ ਅਤੇ ਆਰ ਪਲੂਰਲ ਸਬਜੈਕਟ ਦੇ ਨਾਲ ਲੱਗਦਾ ਹੈ। ਫਿਰ ਇਸ ਤਰ੍ਹਾਂ ਸੈਂਟੈਂਸ ਕਿਵੇਂ ਬਣੂਗਾ ਬੇਟਾ? ਸਬਜੈਕਟ ਇਜ਼ ਐਮ ਆਰ ਨਾਟ ਪਲਸ ਵਰਬ ਦੀ ਪਹਿਲੀ ਫਾਰਮ ਨਾਲ ਆਈ ਐਨ ਜੀ, ਫਿਰ ਆਬਜੈਕਟ। ਇਸ ਤਰ੍ਹਾਂ ਇੰਟਰੋਗੇਟਿਵ ਵਾਕ ਵਿੱਚ ਇਜ਼ ਐਮ ਆਰ ਸਬਜੈਕਟ ਤੋਂ ਪਹਿਲਾਂ ਲੱਗਦਾ ਹੈ, इज एम आर फिर सब्जैक्ट, फिर वर्ब की पहली फॉर्म, फिर आई एन जी, उस तो बाद पहली फॉर्म नाल आई एन जी, फिर ऑब्जेक्ट। इसी तरह इंटरोगेटिव नैगेटिव सेंटेंस में प्रश्नवाचक नावाचक वाक दे विच इज एम आर सब्जैक्ट तो पहला लगता है अते नॉट सब्जैक्ट तो बाद विच लगता है। वो किवें बन जाएगा बेटा? इज एम आर शुरू च लग गया, फिर सब्जैक्ट, फिर नॉट, फिर वर्ब की पहली फॉर्म नाल आई एन जी, फिर ऑब्जेक्ट। ये चीज़ां बेटा नोट कर लो, थोड़े याद रहनियां, स्क्रीनशॉट ले लो। प्रेजेंट परफेक्ट टेंस ये कहता है वाक दे पंजाबी दे वाक दे अंत विच चुका है, चुकी है, चुके हैं, यो काम कर चुका है, वो खाना खा चुका है, भी आपका काम निबेड़ चुके हैं, पूरा काम करता उन्हें। चुका है, चुकी है, चुके हैं। फिर हैज़ हैव का प्रयोग होता है तो वर्ब की तीसरी फॉर्म लगती है। परफेक्ट टेंस की कोई निशानी है बेटा, वर्ब की तीसरी फॉर्म लगती है। हैज़ हैव का प्रयोग होते वर्ब की तीसरी फॉर्म लगती है। ये बन जाएगा बेटा सेंटेंस सब्जेक्ट प्लस हैज़ हैव प्लस वर्ब की तीसरी फॉर्म, फिर ऑब्जेक्ट। इसी तरह ही नेगेटिव वाक विच हैज़ हैव नॉट, हैज़ नॉट, हैव नॉट लगता है। वो किस तरह बेटा? देखो पहला सब्जेक्ट, फिर हैज़ हैव नॉट, फिर प्लस वर्ब की तीसरी फॉर्म, फिर ऑब्जेक्ट। इस तरह आ गए इंटरोगेटिव वाक दे विच हैज़ हैव सब्जेक्ट तो पहला होता है, पहला लगता देखो हैज़ हैव, फिर सब्जेक्ट, फिर वर्ब की तीसरी फॉर्म, फिर ऑब्जेक्ट। इतने वर्ब की तीसरी फॉर्म तो लगेगी हैज़ हैव लगेगा। उस तो बाद इंटरोगेटिव नेगेटिव सेंटेंस दे विच वाक विच हैज़ हैव सब्जेक्ट तो पहला लगूगा, सब्जेक्ट तो पहला हैज़ हैव आ जाएगा। उस तो बाद नॉट सब्जेक्ट तो बाद विच लगता है, हैज़ हैव प्लस सब्जेक्ट, फिर नॉट, फिर वर्ब की तीसरी फॉर्म, फिर ऑब्जेक्ट। जिहड़ा हैज़ है वो सिंगुलर एक वचन नाल लगता है अते हैव बहुवचन नाल लगता है। आई अते वी नाल हैव लगता है, आई हैव, वी हैव। बाकी एक वचन नाल जिन्हों आप सिंगुलर कहते हैं हैज़ लगता है तो प्लूरल नाल हैव लगता है। हाँ जी बेटा जी, हुण आपां करांगे पास्ट इनडेफिनिट टेंस। पहला आपां प्रेजेंट इनडेफिनिट किया, प्रेजेंट सारे कर ले। हुण आपां पास्ट इनडेफिनिट टेंस करांगे। ये की है बेटा? वाक दे अंत विच आ ए ई आउंदा है। वाक दे अंत विच की होंदा है? आ ए ई आउंदा है। वर्ब की दूसरी फॉर्म लगती है तो सेंटेंस की बनूगा? पहला सब्जेक्ट, वर्ब की दूसरी फॉर्म, फिर ऑब्जेक्ट। ये ध्यान रखना, पास्ट इनडेफिनिट टेंस दे विच वर्ब की दूसरी फॉर्म लगती है। इसी तरह ही नैगेटिव जो वाक बनता सेंटेंस होंदा है उहदे विच डिड नॉट का प्रयोग होंदा है। प्रेजेंट इनडेफिनिट टेंस आपां की कीता सी डू या डज, पर इत्थे की है? डिड नॉट लगता है। फिर किस तरह बन जाएगा? सब्जेक्ट डिड नॉट, वर्ब की फर्स्ट फॉर्म ते ऑब्जेक्ट। हुण इसी तरह इंटरोगेटिव सेंटेंस दे विच डिड सब्जेक्ट तो पहला आ जाएगा, सब्जेक्ट तो पहला लगता है। फिर क्यों बन जाए बेटा? देखो डिड पहला आ गया, फिर सब्जेक्ट, फिर वर्ब की फर्स्ट फॉर्म। हुण तुसीं ऐ ना सोचो भी सर कहते सी भी वर्ब की दूसरी फॉर्म लगती है। देखो वर्ब की दूसरी फॉर्म लगती है, बट जो डिड आ गया, डिड आप ही डू की दूसरी फॉर्म है डिड, तो इतने फिर वर्ब की पहली फॉर्म,
एक है ऑब्जेक्ट। इसी तरह इंटरोगेटिव नेगेटिव ਦੇ ਵਿੱਚ ਕੀ ਹੈ ਬੇਟਾ, डिड सब्जेक्ट तो पहला लगता है ਅਤੇ नॉट सब्जेक्ट तो बाद ਵਿੱਚ लगता है। डिड फिर सब्जेक्ट फिर नॉट फिर वर्ब ਦੀ फर्स्ट फॉर्म फिर ऑब्जेक्ट। ये कापी ਤੇ नोट कर लो बेटा, भुल जाओगे ਇਹਨੂੰ स्क्रीनशॉट ले लो, कापी ਤੇ नोट कर लो। हाँ जी बेटा जी, ਹੁਣ पास्ट कंटिन्यूस टेंस ਇਹਦੇ ਕੀ ਨਿਯਮ ਹੈ, ਵਾਕ ਦੇ ਅੰਤ ਵਿੱਚ ਰਿਹਾ ਸੀ, ਰਹੀ ਸੀ, ਰਹੇ ਸਨ ਲੱਗਿਆ ਹੁੰਦਾ ਹੈ। ਵਾਸ ਵਰਬ ਦਾ ਪ੍ਰਯੋਗ ਹੁੰਦਾ ਹੈ ਤੇ ਵਰਬ ਦੀ ਪਹਿਲੀ ਫਾਰਮ ਨਾਲ ਆਈਐਨਜੀ ਇੰਗ ਲੱਗਦਾ ਹੈ। ਇਹ ਧਿਆਨ ਰੱਖਣਾ ਬੇਟਾ, ਵਾਸ ਵਰਬ ਅਤੇ ਵਰਬ ਦੀ ਫਸਟ ਫਾਰਮ ਨਾਲ ਆਈਐਨਜੀ ਹੁੰਦਾ ਹੈ। ਜਿੱਥੇ ਕੰਟੀਨਿਊਸ ਟੈਂਸ ਆ ਜਾਏ ਬੇਟਾ, ਕੰਟੀਨਿਊਸ ਸ਼ਬਦ ਆ ਜਾਏ, ਉੱਥੇ ਵਰਬ ਦੀ ਫਸਟ ਫਾਰਮ ਨਾਲ ਆਈਐਨਜੀ ਇੰਗ ਲੱਗੇਗਾ ਹੀ ਲੱਗੇਗਾ। ਇਹ ਧਿਆਨ ਰੱਖਿਓ ਬੇਟਾ। ਉਸ ਤੋਂ ਬਾਅਦ फिर किस तरह बनूगा, सब्जेक्ट वाज वर्ब प्लस वर्ब दी फर्स्ट फॉर्म नाल आईएनजी प्लस ऑब्जेक्ट। उस तो बाद हम बेटा सिंगुलर सब्जेक्ट नाल वाज लगता है, कोई सिंगुलर सब्जेक्ट होगा उहदे नाल की लगेगा वाज, अते प्लूरल सब्जेक्ट दे नाल वर लगता है। ये याद रखियो, सिंगुलर नाल वाज अते प्लूरल नाल वर लगेगा। नैगेटिव वाक विच वाज नाट या वर नाट का प्रयोग होगा। इंटरोगेटिव वाक विच वाज या वर सब्जेक्ट तो पहला लगता है। उसी तरह ही इंटरोगेटिव नेगेटिव वाक विच वाज या वर सब्जेक्ट तो पहला अते नॉट सब्जेक्ट तो बाद विच लगता है। ये किस तरह बनू बेटे, देखो वाज वर प्लस सब्जेक्ट प्लस नॉट प्लस वर्ब दी फर्स्ट फॉर्म आईएनजी प्लस। हाँ जी बेटा जी, हुण पास्ट परफेक्ट टेंस। पास्ट परफेक्ट टेंस ਦੇ ਵਿੱਚ ਕੀ ਹੈ, ਵਾਕ ਦੇ ਅੰਤ ਵਿੱਚ ਚੁੱਕਾ ਸੀ, ਚੁੱਕੇ ਸਨ, ਚੁੱਕੀ ਸੀ ਜਾਂ ਆ ਸੀ, ਇਹ ਸੀ, ਇਹ ਸਨ, ਇਹ ਹੁੰਦਾ ਬੇਟਾ। ਤੇ ਇੱਥੋਂ ਆਪਾਂ ਨੂੰ ਪਛਾਣ ਹੋ ਜਾਂਦੀ ਹੈ ਵੀ ਚੁੱਕਾ ਸੀ, ਚੁੱਕੇ ਸਨ, ਚੁੱਕੀ ਸੀ, ਆ ਸੀ, ਇਹ ਸੀ, ਇਹ ਸਨ, ਵੀ ਇਹ ਪਾਸਟ ਪਰਫੈਕਟ ਟੈਂਸ ਹੈ। ਹੁਣ ਇਹਦੇ ਵਿੱਚ ਕੀ ਹੈ, हैड लगता है, हेल्पिंग वर्ब ते वर्ब दी हमेशा ही थर्ड फॉर्म लगती है। ਇਹਦੇ ਵਿੱਚ ਕੀ ਬਣ ਜਾਂਦਾ बेटा, सब्जेक्ट फिर हैड फिर वर्ब दी तीसरी फॉर्म, उस तो बाद ऑब्जेक्ट। जे नेगेटिव वाक होवे ਤਾਂ सब्जेक्ट हैड नॉट वर्ब दी थर्ड फॉर्म फिर ऑब्जेक्ट। इसी तरह ही इंटरोगेटिव प्रश्नवाचक वाक ਵਿੱਚ हैड पहला आ गया, फिर सब्जेक्ट फिर वर्ब की फॉर्म थर्ड फॉर्म अते ऑब्जेक्ट। इसी तरह ही इंटरोगेटिव नेगेटिव सेंटेंस ਦੇ ਵਿੱਚ ਕੀ ਹੁੰਦਾ बेटा, हैड पहला फिर सब्जेक्ट फिर नॉट थर्ड फॉर्म फिर ऑब्जेक्ट। ये पास्ट परफेक्ट ਦੇ कुछ नियम है जी बेटा जी। फ्यूचर इनडेफिनेट टेंस, ਇਹਦੀ ਕੀ ਨਿਸ਼ਾਨੀ बेटा, ਵਾਕ ਦੇ ਅੰਤ ਵਿੱਚ ਗਾ ਗੇ ਗੀ ਲੱਗਿਆ ਹੁੰਦਾ बेटा। ਵਾਕ ਦੇ ਅੰਤ ਵਿੱਚ ਕੀ ਹੁੰਦਾ ਹੈ, ਪੰਜਾਬੀ ਦੇ ਵਾਕ ਦੇ ਅੰਤ ਵਿੱਚ ਗਾ ਗੇ ਗੀ ਆਉਂਦਾ ਹੈ। ਵਿਲ ਅਤੇ ਸ਼ੈਲ, ਜਿੱਥੇ ਫਿਊਚਰ ਆ ਗਿਆ बेटा ਉੱਥੇ ਵਿਲ ਸ਼ੈਲ ਲੱਗਦਾ ਹੀ ਲੱਗਦਾ ਹੈ। ਇਹ ਬੜੀ ਨਿਸ਼ਾਨੀ ਹੈ ਜੀ, ਜਿੱਥੇ ਫਿਊਚਰ ਆ ਗਿਆ ਸ਼ਬਦ ਉੱਥੇ ਵਿਲ ਤੇ ਸ਼ੈਲ ਲੱਗਿਆ ਅਤੇ ਵਰਬ ਦੀ ਫਸਟ ਜਾਂ ਪਹਿਲੀ ਫਾਰਮ ਲੱਗਦੀ ਹੈ। किस तरह बनूगा फिर सेंटेंस बेटा, सब्जेक्ट विल या शैल प्लस वर्ब दी फर्स्ट फॉर्म फिर ऑब्जेक्ट। हुण आई अते वी, आई अते वी दे नाल शैल लगदा है, आई अते वी दे नाल शैल लगदा है अते होर सारे सब्जेक्ट्स दे नाल विल लगदा है। ये याद रखो बेटा, आई अते वी दे नाल शैल अते होर सारे सब्जेक्ट्स ਦੇ ਨਾਲ ਵਿਲ ਲੱਗਦਾ ਹੈ। ਹੁਣ ਨੈਗੇਟਿਵ ਵਾਕ ਵਿੱਚ ਸਬਜੈਕਟ ਪਹਿਲਾਂ ਆਉਂਦਾ ਹੈ, ਵਿਲ ਨਾਟ ਜਾਂ ਸ਼ੈਲ ਨਾਟ, ਫਿਰ ਵਰਬ ਦੀ ਪਹਿਲੀ ਫਾਰਮ ਫਿਰ ऑब्जेक्ट। ਇਸੇ ਤਰ੍ਹਾਂ ਹੀ ਇੰਟਰੋਗੇਟਿਵ ਸੈਂਟੈਂਸ ਦੇ ਵਿੱਚ ਵਿਲ ਸ਼ੈਲ ਪਹਿਲਾਂ ਆ ਜਾਂਦੇ ਹੈ ਸਬਜੈਕਟ ਤੋਂ, ਫਿਰ ਸਬਜੈਕਟ ਫਿਰ ਵਰਬ ਦੀ ਪਹਿਲੀ ਫਾਰਮ ਫਿਰ ऑब्जेक्ट ਆ ਜਾਂਦਾ। ਫਿਰ ਇੰਟਰੋਗੇਟਿਵ ਨੈਗੇਟਿਵ ਸੈਂਟੈਂਸ ਦੇ ਵਿੱਚ ਕੀ ਹੁੰਦਾ बेटा, ਵਿਲ ਜਾਂ ਸ਼ੈਲ सब्जेक्ट तो पहला फिर सब्जेक्ट तो बाद नॉट फिर वर्ब दी फर्स्ट फॉर्म फिर ऑब्जेक्ट।
ਇਹ ਸੀ ਬੇਟਾ ਫਿਊਚਰ ਇਨਡੈਫੀਨਿਟ ਟੈਂਸ ਦੇ ਨਿਯਮ। ਬੇਟਾ ਜੀ ਫਿਊਚਰ ਕੰਟੀਨਿਊਸ ਟੈਂਸ, ਫਿਊਚਰ ਕੰਟੀਨਿਊਸ ਟੈਂਸ ਵਿੱਚ ਕੀ ਹੈ, ਰਿਹਾ ਹੋਵੇਗਾ, ਰਹੀ ਹੋਵੇਗੀ ਜਾਂ ਰਹੇ ਹੋਣਗੇ। ਪੰਜਾਬੀ ਦੇ ਵਾਕ ਦੇ ਅੰਤ ਵਿੱਚ ਰਿਹਾ ਹੋਵੇਗਾ, ਰਹੀ ਹੋਵੇਗੀ ਜਾਂ ਰਹੇ ਹੋਣਗੇ ਇਹ ਲੱਗਦਾ ਹੈ। ਵਿਲ ਬੀ ਜਾਂ ਸ਼ੈਲ ਬੀ, ਕੰਟੀਨਿਊਸ ਟੈਂਸ ਦੇ ਵਿੱਚ ਕੀ ਹੈ, ਵਿਲ ਬੀ ਜਾਂ ਸ਼ੈਲ ਬੀ ਅਤੇ ਵਰਬ ਦੀ ਪਹਿਲੀ ਫਾਰਮ ਨਾਲ ing ਇਨ ਲੱਗਦਾ ਹੈ। ਵਿਲ ਬੀ, ਸ਼ੈਲ ਬੀ ਅਤੇ ਵਰਬ ਦੀ ਫਸਟ ਫਾਰਮ ਦੇ ਨਾਲ ing ਇਨ ਲੱਗਦਾ ਹੈ। ਉਸ ਤੋਂ ਬਾਅਦ ਨਾਵਾਚਕ ਨੈਗੇਟਿਵ ਸੈਂਟੈਂਸ ਦੇ ਵਿੱਚ ਪਹਿਲਾ ਸਬਜੈਕਟ ਆਵੇਗਾ, ਫਿਰ ਵਿਲ ਸ਼ੈਲ ਨਾਟ ਬੀ, ਵਿਲ ਸ਼ੈਲ ਨਾਟ ਬੀ, ਫਿਰ ਵਰਬ ਦੀ ਫਸਟ ਫਾਰਮ ਦੇ ਨਾਲ ing, ਉਸ ਤੋਂ ਬਾਅਦ ਆਬਜੈਕਟ। ਦੇਖੋ ਨੈਗੇਟਿਵ ਦੇ ਵਿੱਚ ਕੀ ਹੈ ਬੇਟਾ, ਵਿਲ ਬੀ ਤਾਂ ਹਮੇਸ਼ਾ ਲੱਗਣਾ ਹੈ ਜਦੋਂ ਫਿਊਚਰ ਕੰਟੀਨਿਊਸ ਹੋਏਗਾ। ਜੇ ਉਹ ਨੈਗੇਟਿਵ ਹੋਊਗਾ ਤਾਂ ਵਿਲ ਨਾਟ ਬੀ, ਸ਼ੈਲ ਨਾਟ ਬੀ, ਇੱਕ ਲੱਗੂ ਦੋਨਾਂ ਚੋਂ, ਵਿਲ ਨਾਟ ਬੀ ਜਾਂ ਸ਼ੈਲ ਨਾਟ ਬੀ, ਵਰਬ ਦੀ ਫਸਟ ਫਾਰਮ ਫਿਰ ing, ਉਹਦੇ ਨਾਲ ਫਿਰ ਆ ਗਿਆ ਆਬਜੈਕਟ। ਇਸੇ ਤਰ੍ਹਾਂ ਹੀ ਇੰਟਰੋਗੇਟਿਵ ਪ੍ਰਸ਼ਨਵਾਚਕ, ਵਿਲ ਜਾਂ ਸ਼ੈਲ ਪਹਿਲਾਂ ਆ ਜਾਏਗਾ, ਫਿਰ ਸਬਜੈਕਟ, ਫਿਰ ਬੀ ਪਲੱਸ ਵਰਬ ਦੀ ਫਸਟ ਫਾਰਮ ਨਾਲ ing ਪਲੱਸ ਆਬਜੈਕਟ। ਇੰਟਰੋਗੇਟਿਵ ਨੈਗੇਟਿਵ ਦੇ ਵਿੱਚ ਪ੍ਰਸ਼ਨਵਾਚਕ ਨਾਵਾਚਕ ਹੋਵੇ ਜਿਹਦਾ ਪਹਿਲਾਂ ਵਿਲ ਤੇ ਸ਼ੈਲ, ਫਿਰ ਸਬਜੈਕਟ, ਫਿਰ ਨਾਟ, ਫਿਰ ਬੀ, ਵਿਲ ਸ਼ੈਲ, ਫਿਰ ਸਬਜੈਕਟ, ਫਿਰ ਨਾਟ, ਫਿਰ ਬੀ, ਫਿਰ ਵਰਬ ਦੀ ਫਸਟ ਫਾਰਮ ਦੇ ਨਾਲ ing, फिर ऑब्जेक्ट। विल शैल सब्जेक्ट, नॉट, फिर बी, फिर वर्ब दी फर्स्ट फॉर्म ing, फिर आ गया ऑब्जेक्ट। ये सी बेटा फ्यूचर कंटीन्यूअस टेंस दे नियम। हुण आ गया बेटा फ्यूचर परफेक्ट टेंस। ਇਹਦੇ ਵਿੱਚ ਕੀ ਹੈ, ਪੰਜਾਬੀ ਦੇ ਵਾਕ ਦੇ ਅੰਤ ਵਿੱਚ ਚੁੱਕਾ ਹੋਵੇਗਾ, ਚੁੱਕੀ ਹੋਵੇਗੀ, ਚੁੱਕੇ ਹੋਣਗੇ, ਚੁੱਕਾ ਹੋਵੇਗਾ, ਚੁੱਕੀ ਹੋਵੇਗੀ, ਚੁੱਕੇ ਹੋਣਗੇ। ਵਿਲ ਹੈ, ਸ਼ੈਲ ਹੈ ਅਤੇ ਵਰਬ ਦੀ ਤੀਸਰੀ ਫਾਰਮ ਲੱਗਦੀ। ਵਿਲ ਹੈ, ਸ਼ੈਲ ਹੈ ਅਤੇ ਵਰਬ ਦੀ ਪਰਫੈਕਟ ਦੇ ਨਾਲ, ਮੈਂ ਤੁਹਾਨੂੰ ਦੱਸਿਆ ਸੀ ਵਰਬ ਦੀ ਹਮੇਸ਼ਾ ਤੀਸਰੀ ਫਾਰਮ ਲੱਗਦੀ ਹੈ ਪਰਫੈਕਟ ਦੇ ਨਾਲ। ਵਿਲ ਹੈ, ਸ਼ੈਲ ਹੈ ਅਤੇ ਵਰਬ ਦੀ ਤੀਸਰੀ ਫਾਰਮ ਲੱਗਦੀ ਹੈ। ਕਿਵੇਂ ਬਣੂਗਾ ਸੈਂਟੈਂਸ, ਪਹਿਲਾ ਸਬਜੈਕਟ, ਫਿਰ ਵਿਲ ਸ਼ੈਲ ਹੈ, ਵਿਲ ਹੈ ਜਾਂ ਸ਼ੈਲ ਹੈ, ਫਿਰ ਵਰਬ ਦੀ ਤੀਸਰੀ ਫਾਰਮ, ਫਿਰ ਆਬਜੈਕਟ। ਇਸੇ ਤਰ੍ਹਾਂ ਨੈਗੇਟਿਵ ਵਾਕ ਦੇ ਵਿੱਚ सब्जेक्ट विल नॉट हैव या शैल नॉट हैव, फिर वर्ब की तीसरी फॉर्म से फिर ऑब्जेक्ट। आ ध्यान रखना बेटा, विल नॉट हैव, शैल नॉट हैव, विल हैव नॉट नहीं, विल नॉट हैव। इसी तरह इंटरोगेटिव दे विच विल शैल सब्जेक्ट तो पहला आ जाएगा, फिर हैव, फिर तीसरी फॉर्म वर्ब की, उस तो बाद ऑब्जेक्ट। फिर इंटरोगेटिव नैगेटिव वाक दे विच विल शैल सब्जेक्ट तो पहला, फिर सब्जेक्ट, फिर नॉट, हैव, फिर वर्ब दी थर्ड फॉर्म, फिर ऑब्जेक्ट। इन स्क्रीनशॉट ले लो बेटा ਇਹਦਾ, ਤਾਂ ਕਿ ਤੁਹਾਡੇ ਯਾਦ ਰਹਿ ਜਾਣ ਬੇਟਾ। ਤੁਸੀਂ ਕਾਪੀ ਤੇ ਨੋਟ ਕਰ ਲਓ, ਇਹਨੂੰ ਸਕਰੀਨਸ਼ਾਟ ਲੈ ਕੇ ਸਾਰੇ ਇਹ ਜਿਹੜੇ ਨਿਯਮ ਹੈ ਨਾ ਇਹ ਲਿਖ ਲਓ। ਇਹ ਲਿਖੇ ਹੋਣਗੇ, ਫਿਰ ਆਪਾਂ ਇਹਦੇ ਜਿਹੜੇ ਸੈਂਟੈਂਸ ਕਰਾਂਗੇ, ਤੁਸੀਂ ਉੱਥੇ ਵੇਖ ਕੇ ਬਣਾ ਲਓਗੇ ਨਾਲ। ਤਾਂ ਬੇਟਾ ਮੈਨੂੰ ਉਮੀਦ ਹੈ ਤੁਹਾਨੂੰ ਇਹ ਸਮਝ ਲੱਗ ਗਈ ਹੋਵੇਗੀ। एक बार दो बार इन्हू जरूर सुनो। सारे जोड़े नियम है, प्रेजेंट टेंस के जोड़े नियम है, पास्ट टेंस के जोड़े नियम है, फ्यूचर टेंस के जोड़े नियम है, सारिਆਂ ਨੂੰ नोटबुक ਤੇ ਚੰਗੀ ਤਰ੍ਹਾਂ ਸੋਹਣੇ ਸੋਹਣੇ ਕਰਕੇ ਲਿਖ ਲਿਓ। ਫਿਰ ਉਹਨਾਂ ਦੇ ਵਾਕ ਸੈਂਟੈਂਸ ਬਣਾਓਗੇ, ਤੁਸੀਂ ਬੜੇ ਸੌਖੇ ਆਰਾਮ ਨਾਲ ਬਣ ਜਾਣਗੇ। ਤਾਂ ਮੈਨੂੰ ਉਮੀਦ ਹੈ ਬੇਟਾ ਤੁਹਾਨੂੰ ਸਾਰਿਆਂ ਨੂੰ ਇਹ ਟੈਂਸ ਸਮਝ ਲੱਗ ਗਏ ਹੋਣੇ। ਥੈਂਕ ਯੂ, ਧੰਨਵਾਦ।